हाय दिस इज़ ईशान अग्रवाल। आई वेलकम यू टू द मेहनती बच्चे चैनल। आई होप ਤੁਸੀਂ ਸਾਰਿਆਂ ਨੇ ਮੈਨੇਜਮੈਂਟ ਟੈਕਨੀਕਸ ਦਾ ਪਾਰਟ 1 ਜ਼ਰੂਰ ਦੇਖਿਆ ਹੋਊਗਾ ਤੇ ਜੋ ਮੈਨੇ ਕਨਸੈਪਟ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਤੁਹਾਡੇ ਸਾਰਿਆਂ ਦੇ ਸਮਝ ਆ ਗਏ ਹੋਣਗੇ। ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਕੱਲ ਅਸੀਂ ਫੰਕਸ਼ਨਲ ਮੈਨੇਜਰ ਦੇ ਐਗਜ਼ਾਮ ਲਈ ਟੈਸਟ ਸੀਰੀਜ਼ ਐਂਡ ਨੋਟਸ ਲਾਂਚ ਕੀਤੇ ਸੀ, ਜਿਹਦੀ ਇਨਫੋਰਮੇਸ਼ਨ ਤੁਸੀਂ ਸਾਨੂੰ WhatsApp ਜਾਂ ਫਿਰ ਈਮੇਲ ਦੇ ਦੁਆਰਾ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ www.mehnatibache.com ਤੇ ਜਾ ਕੇ ਵੀ ਇਹਨਾਂ ਦੇ ਟੈਸਟ ਸੀਰੀਜ਼ ਤੇ ਨੋਟਸ ਦੇ ਬਾਰੇ ਇਨਫੋਰਮੇਸ਼ਨ ਦੇਖ ਸਕਦੇ ਹੋ। ਸੋ ਅੱਜ ਦਾ ਆਪਣਾ ਲੈਕਚਰ ਸ਼ੁਰੂ ਕਰਦੇ ਹਾਂ। ਫਰਸਟ ਕੁਐਸਚਨ ਹੈ, ਦੇ ਰਿਪਰੈਜ਼ੈਂਟ ਦੀ ਐਂਡ ਪੁਆਇੰਟ ਆਫ ਦਾ ਪਲੈਨਿੰਗ। ਇਹਨਾਂ ਚੋਂ ਕਿਹੜਾ ਹੈ ਜੋ ਪਲੈਨਿੰਗ ਦੇ ਐਂਡ ਪੁਆਇੰਟ ਨੂੰ ਰਿਪਰੈਜ਼ੈਂਟ ਕਰਦਾ ਹੈ। ਹੁਣ ਤੁਸੀਂ ਖੁਦ ਸੋਚੋ, ਜਦੋਂ ਤੁਸੀਂ ਕੋਈ ਪਲੈਨਿੰਗ ਕਰਦੇ ਹੋ ਤਾਂ ਤੁਸੀਂ ਪਲੈਨਿੰਗ ਕੋਈ ਆਬਜੈਕਟਿਵ ਨੂੰ ਅਚੀਵ ਕਰਨ ਲਈ ਕਰਦੇ ਹੋ। ਤੁਹਾਡਾ ਕੋਈ ਮੋਟਿਵ ਹੁੰਦਾ, ਤੁਹਾਡਾ ਕੋਈ ਗੋਲ ਹੁੰਦਾ ਹੈ, ਤਾਂ ਹੀ ਤੁਸੀਂ ਪਲੈਨਿੰਗ ਕਰਦੇ ਹੋ। ਯਾਰ ਮੈਂ ਪਲਾਨ ਬਣਾਉਂਗਾ ਕਿ ਕਾਸ਼ ਮੇਰਾ ਉਹ ਆਬਜੈਕਟਿਵ ਕੰਪਲੀਟ ਹੋ ਜਾਏ। ਸੋ ਆਪਾਂ ਹਮੇਸ਼ਾ ਪਲੈਨਿੰਗ ਕਿਹਦੇ ਲਈ ਕਰਦੇ ਆ? ਆਬਜੈਕਟਿਵ ਲਈ। ਜਦੋਂ ਆਪਣਾ ਆਬਜੈਕਟਿਵ ਕੰਪਲੀਟ ਹੋ ਜਾਂਦਾ ਹੈ ਉਹਦੇ ਨਾਲ ਹੀ ਆਪਣੀ ਜੋ ਪਲੈਨਿੰਗ ਸੀਗੀ ਉਹ ਕੰਪਲੀਟ ਹੋ ਜਾਂਦੀ ਹੈ। ਸੋ ਆਪਣਾ ਆਨਸਰ ਕੀ ਹੈ? ਆਬਜੈਕਟਿਵ। ਬਾਕੀ ਦੇਖੋ, ਰੂਲਸ ਦਾ ਮਤਲਬ ਕੀ ਹੁੰਦਾ ਹੈ? ਰੂਲਸ ਆਪਾਂ ਨੂੰ ਦੱਸਦੇ ਆ ਕਿ ਆਪਾਂ ਨੂੰ ਕਿਹੜੀ ਚੀਜ਼ ਕਰਨੀ ਚਾਹੀਦੀ ਹੈ ਤੇ ਕਿਹੜੀ ਚੀਜ਼ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਹੁਣ ਤੁਸੀਂ ਕੋਈ ਆਫਿਸ ਦੇ ਵਿੱਚ ਜਾਂਦੇ ਹੋ, ਤੁਸੀਂ ਆਫਿਸ ਦੇ ਬਾਹਰ ਬੋਰਡ ਦੇਖਦੇ ਹੋ ਲੱਗਿਆ ਹੁੰਦਾ ਨੋ ਸਮੋਕਿੰਗ ਬੋਰਡ। ਸੋ ਉਹ ਕੰਪਨੀ ਦਾ ਇੱਕ ਰੂਲ ਹੈ ਕਿ ਤੁਸੀਂ ਕੰਪਨੀ ਦੇ ਅੰਦਰ ਆ ਕੇ ਸਮੋਕ ਨਹੀਂ ਕਰ ਸਕਦੇ। ਨੈਕਸਟ ਦੇਖੋ, ਮੈਥਡਸ ਦਾ ਮਤਲਬ ਹੁੰਦਾ ਹੈ ਕਿ ਕੋਈ ਚੀਜ਼ ਨੂੰ ਕਰਨ ਦਾ ਵੇ। ਹੁਣ ਸਪੋਜ਼ ਕਰੋ ਤੁਸੀਂ ਜੀਓਗ੍ਰਾਫੀ ਸਬਜੈਕਟ ਦੀ ਤਿਆਰੀ ਕਰਨੀ ਹੈ। ਹੁਣ ਤੁਸੀਂ ਜੀਓਗ੍ਰਾਫੀ ਦੀ ਸਬਜੈਕਟ ਦੀ ਤਿਆਰੀ ਕਰਨੀ ਹੈ ਤਾਂ ਤੁਸੀਂ ਕੀ ਦੇਖੋਗੇ? ਤੁਸੀਂ ਜਾਂ ਤਾਂ ਬੁੱਕਸ ਤੋਂ ਕਰੋਗੇ ਜਾਂ ਤੁਸੀਂ YouTube ਤੋਂ ਕਰੋਗੇ ਵੀਡੀਓਜ਼ ਦੇਖ ਕੇ। ਸੋ ਅਗਰ ਤੁਸੀਂ ਬੁੱਕਸ 'ਚੋਂ ਤਿਆਰੀ ਕਰਦੇ ਹੋ ਤਾਂ ਤੁਸੀਂ ਕਿਹੜਾ ਮੈਥਡ ਅਡੋਪਟ ਕੀਤਾ? ਰੀਡਿੰਗ ਮੈਥਡ ਅਡੋਪਟ ਕੀਤਾ। ਅਗਰ ਤੁਸੀਂ YouTube ਤੋਂ ਕਰਦੇ ਹੋ ਤਾਂ ਕਿਹੜਾ ਮੈਥਡ ਅਡੋਪਟ ਕੀਤਾ? ਤਾਂ ਤੁਸੀਂ ਵੀਡੀਓ ਲੈਕਚਰਸ ਮੈਥਡ ਅਡੋਪਟ ਕੀਤਾ। ਸੋ ਇਹ ਮੈਥਡ ਹੋ ਗਿਆ ਕਿ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਕਰ ਰਹੇ ਹੋ, ਉਹ ਮੈਥਡਸ ਹੋ ਗਿਆ। ਆਬਜੈਕਟਿਵ ਤੁਹਾਨੂੰ ਦੱਸ ਹੀ ਚੁੱਕਾ। ਪੋਲਿਸੀਜ਼ ਕੀ ਹੁੰਦੀਆਂ? ਇੱਕ ਗਾਈਡਲਾਈਨਸ ਹੁੰਦੀਆਂ ਨੇ ਪਲੈਨਿੰਗ ਲਈ। ਪੋਲਿਸੀਜ਼ ਕੀ ਹੁੰਦੀਆਂ? ਗਾਈਡਲਾਈਨਸ ਹੁੰਦੀਆਂ ਨੇ ਪਲੈਨਿੰਗ ਲਈ, ਜੋ ਆਪਾਂ ਨੂੰ ਦੱਸਦੀਆਂ ਕਿ ਕਿਹੜੀ ਚੀਜ਼ ਦੇ ਅੰਦਰ ਰਹਿ ਕੇ ਹੀ ਆਪਾਂ ਨੇ ਪਲੈਨਿੰਗ ਕਰਨੀ ਹੈ। ਹੁਣ ਸਪੋਜ਼ ਕਰੋ ਕਈ ਕੰਪਨੀ ਦੀ ਪੋਲਿਸੀਜ਼ ਹੁੰਦੀ ਹੈ ਕਿ 18 ਸਾਲ ਤੋਂ ਨੀਚੇ ਦੇ ਬੰਦਿਆਂ ਤੋਂ ਅਸੀਂ ਕੰਮ ਨਹੀਂ ਕਰਵਾਉਣਾ। ਸੋ ਕੰਪਨੀ ਦੀ ਪੋਲਿਸੀ ਕੀ ਹੋਈ? ਨੋ ਚਾਈਲਡ ਲੇਬਰ ਪੋਲਿਸੀ। ਨੈਕਸਟ ਕੁਐਸਚਨ, ਨੇਮ ਦਾ ਪ੍ਰੋਸੈਸ ਵਿਚ ਕੋਆਰਡੀਨੇਟਸ ਹਿਊਮਨ ਐਫਰਟਸ, ਅਸੈਂਬਲਸ ਰਿਸੋਰਸਿਸ ਐਂਡ ਇੰਟੀਗ੍ਰੇਟ ਬੋਥ into a unified whole to be utilized for the achieving specified objective। ਇਹਨਾਂ 'ਚੋਂ ਐਸੀ ਕੀ ਚੀਜ਼ ਹੈ ਜੋ ਹਿਊਮਨ ਐਫਰਟ ਨੂੰ ਕੋਆਰਡੀਨੇਟ ਕਰਦਾ, ਅਸੈਂਬਲ ਕਰਦਾ ਤੇ ਉਹਨਾਂ ਨੂੰ ਆਪਸ 'ਚ ਇੰਟੀਗ੍ਰੇਟ ਕਰਦਾ ਤਾਂ ਕਿ ਆਰਗੇਨਾਈਜੇਸ਼ਨ ਦਾ ਜੋ ਆਬਜੈਕਟਿਵ ਹੈ ਉਹ ਕੰਪਲੀਟ ਹੋ ਸਕੇ। ਹੁਣ ਦੇਖੋ, ਮੈਂ ਤੁਹਾਨੂੰ ਆਪਣੀ ਕੱਲ ਦੀ ਵੀਡੀਓ ਦੱਸਿਆ ਸੀਗਾ ਸਟਾਫਿੰਗ ਦਾ ਕੀ ਮਤਲਬ ਹੁੰਦਾ ਹੈ। ਫੀਲਿੰਗ ਆਫ ਵੇਕੈਂਟ ਜੌਬ, ਫੀਲਿੰਗ ਆਫ ਵੇਕੈਂਟ ਪੋਸਟ, ਕਿ ਜਿਹੜੀ ਆਪਣੀ ਕੰਪਨੀ 'ਚ ਖਾਲੀ ਪੋਸਟ ਪਈ ਹੈ ਉਹਨਾਂ ਨੂੰ ਫਿਲ ਕਰਨਾ। ਪਲੈਨਿੰਗ ਦਾ ਮਤਲਬ ਕੀ ਹੁੰਦਾ ਹੈ? ਆਬਜੈਕਟਿਵ ਵਗੈਰਾ ਸੈੱਟ ਕਰਨੇ ਤੇ ਆਪਾਂ ਨੇ ਦੇਖਣਾ ਕਿ ਕਿਹੜੀ ਚੀਜ਼ ਕਿਵੇਂ ਕਰਨੀ ਹੈ, ਕੌਣ ਕਰੂਗਾ, ਕਿਹੜਾ ਮੈਥਡ ਅਡੋਪਟ ਕਰਾਂਗੇ। ਜਿੰਨਾ ਵੀ ਆਪਣੇ ਪਲੈਨਿੰਗ ਦੇ ਅੰਦਰ ਕੀ ਆਉਂਦਾ ਹੈ, ਸਾਰੀ ਡਿਸੀਜਨ ਮੇਕਿੰਗ ਆਉਂਦੀ ਹੈ। ਆਰਗੇਨਾਈਜ਼ਿੰਗ ਦਾ ਮਤਲਬ ਕੀ ਹੁੰਦਾ? ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ, ਰਿਸੋਰਸਿਸ ਨੂੰ ਆਰਗੇਨਾਈਜ਼ ਕਰਨਾ, ਅਸੈਂਬਲ ਕਰਨਾ ਕਿ ਸਾਡੇ ਕੋਲ ਸਾਰੇ ਰਿਸੋਰਸਿਸ ਪੂਰੇ ਹੈਗੇ ਕਿ ਨਹੀਂ ਹੈਗੇ ਤੇ ਆਪਸ 'ਚ ਉਹਨਾਂ ਨੂੰ ਮੈਚ ਕਰਨਾ ਤਾਂ ਕਿ ਆਪਾਂ ਕੋਈ ਬੈਟਰ ਰਿਜ਼ਲਟ ਕੱਢ ਸਕੀਏ। ਸੋ ਇਹਦਾ ਆਨਸਰ ਕੀ ਹੈ? ਆਰਗੇਨਾਈਜ਼ਿੰਗ। ਕਿਉਂਕਿ ਆਰਗੇਨਾਈਜ਼ਿੰਗ ਹੀ ਕੀ ਕਰਦਾ ਹੈ? ਕੋਆਰਡੀਨੇਟ ਕਰਦਾ ਸਾਰੀ ਚੀਜ਼ਾਂ ਨੂੰ, ਅਸੈਂਬਲ ਕਰਦਾ ਰਿਸੋਰਸਿਸ ਨੂੰ ਤੇ ਆਪਸ 'ਚ ਜਿਹੜੇ ਹਿਊਮਨ ਐਫਰਟ ਹੈ ਤੇ ਬਾਕੀ ਤੁਹਾਡੇ ਕੋਲ ਜਿਹੜੇ ਵੀ ਰਿਸੋਰਸਿਸ ਆ ਉਹਨਾਂ ਨੂੰ ਆਪਸ 'ਚ ਮੈਚ ਕਰਕੇ ਆਰਗੇਨਾਈਜੇਸ਼ਨ ਦਾ ਆਬਜੈਕਟਿਵ ਕੰਪਲੀਟ ਕਰਨ 'ਚ ਹੈਲਪ ਕਰਦਾ ਹੈ। ਡਾਇਰੈਕਟਿੰਗ ਕੀ ਹੈ? ਜਦੋਂ ਆਪਾਂ ਸਾਰਾ ਕੁਝ ਕਰ ਲੈਂਦੇ ਹਾਂ, ਰਿਸੋਰਸਿਸ ਇਕੱਠੇ ਹੋ ਜਾਂਦੇ ਆ, ਸਟਾਫਿੰਗ ਹੋ ਜਾਂਦੀ ਹੈ, ਪਲੈਨਿੰਗ ਹੋ ਜਾਂਦੀ ਹੈ, ਫਿਰ ਆਪਾਂ ਕੀ ਕਰਦੇ ਹਾਂ? ਡਾਇਰੈਕਟਿੰਗ ਕਰਦੇ ਹਾਂ, ਜੋ ਐਕਸ਼ਨ ਨੂੰ ਇਨੀਸ਼ੀਏਟ ਕਰਦਾ ਹੈ। ਡਾਇਰੈਕਸ਼ਨ ਦੇ ਵਿੱਚ ਆਪਾਂ ਕੀ ਦੱਸਦੇ ਆ ਕਿ ਤੁਸੀਂ ਕਿਹੜਾ ਕੰਮ ਕਿਵੇਂ ਕਰੋ। ਆਪਾਂ ਉਹ ਤਾਂ ਹੀ ਦੱਸਾਂਗੇ ਨਾ ਜਦੋਂ ਆਪਾਂ ਐਕਚੁਅਲ 'ਚ ਵਰਕ ਸਟਾਰਟ ਕਰ ਲਾਂਗੇ। ਸੋ ਉਹ ਕੀ ਹੁੰਦਾ? ਡਾਇਰੈਕਟ। ਥਰਡ ਕੁਐਸਚਨ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਡੀਮੈਰਿਟ ਆਫ ਇਨਫੋਰਮਲ ਆਰਗੇਨਾਈਜੇਸ਼ਨ। ਕਿ ਇਹਨਾਂ 'ਚੋਂ ਡੀਮੈਰਿਟ ਕਿਹੜਾ ਨਹੀਂ ਹੈਗਾ ਇਨਫੋਰਮਲ ਆਰਗੇਨਾਈਜੇਸ਼ਨ ਲਈ? ਯਾਨੀ ਕਿ ਇਹਨਾਂ ਨੇ ਆਪਾਂ ਨੂੰ ਕੀ ਪੁੱਛਿਆ? ਮੈਰਿਟ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਮਤਲਬ ਪਤਾ ਹੋਣਾ ਚਾਹੀਦਾ ਇਨਫੋਰਮਲ ਆਰਗੇਨਾਈਜੇਸ਼ਨ ਦਾ ਮਤਲਬ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਤੁਸੀਂ ਮਤਲਬ ਜਾਣੋ ਫਾਰਮਲ ਦਾ ਕੀ ਹੁੰਦਾ ਹੈ। ਫਾਰਮਲ ਅਗਰ ਆਪਾਂ ਵਰਡ ਕਿਤੇ ਵੀ ਪੜ੍ਹਦੇ ਹਾਂ ਤਾਂ ਆਪਣੇ ਦਿਮਾਗ 'ਚ ਇਹ ਆਉਂਦਾ ਕਿ ਯਾਰ ਫਾਰਮਲ ਕੱਪੜੇ ਪਾ ਕੇ ਜਾਣੇ ਆ, ਜਿਸ 'ਚ ਆਪਣਾ ਸ਼ਰਟ ਪੈਂਟ ਆ ਜਾਂਦੀ ਹੈ, ਟਾਈ ਹੋ ਗਿਆ, ਕੋਟ ਹੋ ਗਿਆ। ਸੋ ਆਪਾਂ ਜਦੋਂ ਕੋਈ ਐਸੀ ਇਮੇਜ ਦਿਮਾਗ 'ਚ ਕ੍ਰੀਏਟ ਕਰਦੇ ਹਾਂ ਕਿ ਜਿਹੜੇ ਬੰਦੇ ਨੇ ਫਾਰਮਲ ਕੱਪੜੇ ਪਾਏ ਹੋਏ ਆ, ਯਾਨੀ ਕਿ ਆਪਾਂ ਕਹਿੰਦੇ ਹਾਂ ਕੋਈ ਕੰਪਨੀ 'ਚ ਕੰਮ ਕਰਦਾ ਹੋਊਗਾ। ਯਾਰ ਉਹ ਕੰਪਨੀ ਦੇ ਰੂਲ ਐਂਡ ਰੈਗੂਲੇਸ਼ਨ ਬੜੇ ਸਟ੍ਰਿਕਟ ਹੋਣਗੇ, ਕੋਈ ਸਟਰਕਚਰ ਹੋਊਗਾ ਕੰਪਨੀ ਦਾ ਆਪਣਾ। ਸੋ ਉਹ ਵਾਲੀ ਕੰਪਨੀ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਫਾਰਮਲ ਆਰਗੇਨਾਈਜੇਸ਼ਨ। ਜਿਹੜੀ ਕੰਪਨੀ ਦਾ ਆਪਸ 'ਚ ਕੋਈ ਆਪਣਾ ਸਟਰਕਚਰ ਹੁੰਦਾ ਹੈ, ਡਿਸਿਪਲਿਨ ਹੁੰਦਾ ਹੈ, ਡਿਸਿਪਲਿਨ ਹੋ ਗਿਆ, ਰੂਲਸ ਐਂਡ ਰੈਗੂਲੇਸ਼ਨ ਹੋ ਗਏ ਕਿ ਇਹ ਰੂਲਸ ਐਂਡ ਰੈਗੂਲੇਸ਼ਨ ਦੇ ਅੰਦਰ ਰਹਿ ਕੇ ਤੁਸੀਂ ਕੰਮ ਕਰਨਾ ਹੈ, ਉਹਨੂੰ ਆਪਾਂ ਕਹਿ ਦਿੰਦੇ ਹਾਂ ਫਾਰਮਲ ਆਰਗੇਨਾਈਜੇਸ਼ਨ। ਤੇ ਉਸ 'ਚ ਆਪਣਾ ਡਿਸਿਪਲਿਨ ਕਿਵੇਂ ਕ੍ਰੀਏਟ ਹੁੰਦਾ? ਕਿਉਂਕਿ ਉਹ ਕੰਪਨੀ 'ਚ ਕੀ ਹੁੰਦਾ? ਸੀਨੀਅਰ ਸਬਆਰਡੀਨੇਟ ਦਾ ਰਿਲੇਸ਼ਨ ਹੁੰਦਾ, ਸੀਨੀਅਰ ਸਬਆਰਡੀਨੇਟ ਦਾ ਰਿਲੇਸ਼ਨਸ਼ਿਪ ਹੁੰਦਾ, ਤਾਂ ਕਰਕੇ ਉਹ ਕੰਪਨੀ 'ਚ ਡਿਸਿਪਲਿਨ ਕ੍ਰੀਏਟ ਰਹਿੰਦਾ ਹੈ। ਬਾਕੀ ਜਿਹੜੀ ਇਨਫੋਰਮਲ ਆਰਗੇਨਾਈਜੇਸ਼ਨ ਹੁੰਦੀ ਹੈ ਉਹ ਕਿਹੜੀ ਆਰਗੇਨਾਈਜੇਸ਼ਨ ਹੋਗੀ? ਜਿਸ 'ਚ ਆਪਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਆਪਾਂ ਜਿਹੜੇ ਮਰਜ਼ੀ ਕੱਪੜੇ ਪਾ ਕੇ ਚਾਹੀਏ। ਕਿਉਂ? ਕਿਉਂਕਿ ਉਹਦਾ ਕੋਈ ਸਟਰਕਚਰ ਨਹੀਂ ਹੁੰਦਾ, ਨਾ ਉਸ 'ਚ ਡਿਸਿਪਲਿਨ ਹੁੰਦਾ। ਸਾਰੇ ਲੋਕੀ ਆਪਸ 'ਚ ਫ੍ਰੀ ਗੱਲ ਕਰ ਸਕਦੇ ਆ ਕਿਉਂਕਿ ਉੱਥੇ ਸੀਨੀਅਰ ਸਬਆਰਡੀਨੇਟ ਨਹੀਂ ਹੁੰਦੇ, ਕਿਉਂਕਿ ਕੋਈ ਕੰਪਨੀ ਦਾ ਸਟਰਕਚਰ ਨਹੀਂ ਹੈਗਾ, ਉੱਥੇ ਕੋਈ ਬੰਦਾ ਫਾਰਮਲ ਹੀ ਨਹੀਂ ਹੈਗਾ, ਸਾਰਾ ਇਨਫੋਰਮਲ ਵੇ ਨਾਲ ਕੰਮ ਹੋ ਰਿਹਾ। ਉਹਨੂੰ ਆਪਾਂ ਕਹਿ ਦਿੰਦੇ ਹਾਂ ਇਨਫੋਰਮਲ ਆਰਗੇਨਾਈਜੇਸ਼ਨ। ਇਨਫੋਰਮਲ ਆਰਗੇਨਾਈਜੇਸ਼ਨ ਜਿਹੜੀ ਕ੍ਰੀਏਟ ਹੁੰਦੀ ਹੈ ਕਾਹਦੇ ਨਾਲ ਹੁੰਦੀ ਹੈ? ਇਹ
ਮਿਊਚੁਅਲ ਇੰਟਰਸਟ ਨਾਲ ਲੋਕਾਂ ਦੇ, ਠੀਕ ਹੈ। ਇਹਨਾਂ ਦਾ ਕੋਈ ਆਬਜੈਕਟਿਵ ਨਹੀਂ ਹੁੰਦਾ ਪਾਰਟਿਕੂਲਰ, ਤੇ ਲੇਕਿਨ ਜਿਹੜੀ ਫਾਰਮਲ ਹੁੰਦੀ ਹੈ ਆਰਗੇਨਾਈਜੇਸ਼ਨ, ਇਹਨਾਂ ਦਾ ਇੱਕ ਆਪਸ 'ਚ ਆਬਜੈਕਟਿਵ ਹੁੰਦਾ ਹੈ ਕਿ ਆਪਾਂ ਨੇ ਇਹ ਆਬਜੈਕਟਿਵ ਨੂੰ ਅਚੀਵ ਕਰਨਾ, ਤਾਂ ਆਪਾਂ ਨੇ ਉਹ ਕੰਪਨੀ ਖੋਲ੍ਹੀ ਹੈ। ਹੁਣ ਦੇਖੋ ਇਹਨਾਂ ਦੇ ਆਪਸ਼ਨਸ ਦੇਖਦੇ ਹਾਂ। ਇਟ ਲੀਡਸ ਟੂ ਏ ਸਪਰੈਡਿੰਗ ਆਫ ਰਿਊਮਰਸ। ਜਿਹੜੀ ਫਾਰਮਲ ਆਰਗੇਨਾਈਜੇਸ਼ਨ ਹੈ ਇਹ ਰਿਊਮਰਸ ਨੂੰ ਸਪਰੈਡ ਕਰਦੀ ਹੈ। ਬਿਲਕੁਲ ਸਹੀ ਹੈ, ਕਿਉਂ? ਇਹ ਕੰਪਨੀ 'ਚ ਕੋਈ ਸਟਰਕਚਰ ਨਹੀਂ ਹੁੰਦਾ ਹੈਗਾ। ਸੋ ਇਹ ਕੰਪਨੀ 'ਚ ਕੀ ਹੁੰਦਾ, ਜਿਹੜਾ ਟੌਪ ਦਾ ਬੰਦਾ ਹੈ ਉਹ ਲੋਅਰ ਦੇ ਬੰਦੇ ਨਾਲ ਡਾਇਰੈਕਟ ਗੱਲ ਕਰ ਸਕਦਾ ਹੈ। ਜ਼ਰੂਰੀ ਨਹੀਂ ਹੈਗਾ ਕਿ ਟੌਪ ਪਹਿਲਾਂ ਮਿਡਲ ਦੇ ਨਾਲ ਗੱਲ ਕਰੂਗਾ ਫਿਰ ਉਹ ਲੋਅਰ ਦੇ ਨਾਲ ਗੱਲ ਕਰੂਗਾ। ਸੋ ਇਸ 'ਚ ਆਪਣਾ ਕੀ ਹੈ, ਫ੍ਰੀ ਫਲੋ ਆਫ ਕਮਿਊਨੀਕੇਸ਼ਨ ਹੁੰਦਾ ਹੈ। ਕੋਈ ਵੀ ਬੰਦਾ ਕਿਸੇ ਵੀ ਲੈਵਲ ਦੇ ਬੰਦੇ ਨਾਲ ਗੱਲ ਕਰ ਸਕਦਾ ਹੈ। ਸੋ ਇਹਦੇ ਨਾਲ ਕੀ ਹੁੰਦਾ, ਆਪਾਂ ਨੂੰ ਇਨਫੋਰਮੇਸ਼ਨ ਕਈ ਵਾਰ ਕੰਪਨੀ 'ਚ ਕੋਈ ਸਪਰੈਡ ਹੁੰਦੀ ਉਹਦਾ ਸੋਰਸ ਪਤਾ ਨਹੀਂ ਲੱਗ ਪਾਉਂਦਾ। ਸੋ ਇਹਦੇ ਨਾਲ ਕੀ ਹੁੰਦਾ, ਆਪਣੀ ਕੰਪਨੀ 'ਚ ਰਿਊਮਰਸ ਦੇ ਫੈਲਣ ਦੀ ਚਾਂਸਿਸ ਵੱਧ ਜਾਂਦੇ ਨੇ। ਸੋ ਬਿਲਕੁਲ ਇਹਦਾ ਡੀਮੈਰਿਟ ਹੈਗਾ ਇਨਫੋਰਮਲ ਆਰਗੇਨਾਈਜੇਸ਼ਨ ਦਾ। ਸੋ ਇਹ ਆਪਣਾ ਆਪਸ਼ਨ ਨਹੀਂ ਹੈਗਾ। ਫਾਸਟ ਕਮਿਊਨੀਕੇਸ਼ਨ। ਹੁਣ ਦੇਖੋ ਇਨਫੋਰਮਲ ਆਰਗੇਨਾਈਜੇਸ਼ਨ 'ਚ ਕੋਈ ਇਹਨਾਂ ਦਾ ਸਟਰਕਚਰ ਨਹੀਂ ਹੁੰਦਾ ਕਿ ਟੌਪ ਨੇ ਪਹਿਲਾਂ ਮਿਡਲ ਨਾਲ ਗੱਲ ਕਰਨੀ ਹੈ ਫਿਰ ਉਹ ਲੋਅਰ ਨਾਲ ਗੱਲ ਕਰੂਗਾ। ਅਗਰ ਟੌਪ ਨੇ ਲੋਅਰ ਨੂੰ ਕੋਈ ਇਨਫੋਰਮੇਸ਼ਨ ਦੇਣੀ ਹੈ ਤਾਂ ਉਹ ਡਾਇਰੈਕਟ ਦੇ ਸਕਦਾ ਹੈ। ਉਹ ਐਂ ਨਹੀਂ ਦੇਖੂਗਾ ਪਹਿਲਾਂ ਮੈਂ ਮਿਡਲ ਨੂੰ ਦਊਂਗਾ ਤਾਂ ਮਿਡਲ ਲੋਅਰ ਨੂੰ ਦਊਗਾ। ਸੋ ਬਿਲਕੁਲ ਇਹ ਆਪਸ਼ਨ ਸਹੀ ਹੈ, ਮੈਰਿਟ ਹੋਇਆ ਇਨਫੋਰਮਲ ਆਰਗੇਨਾਈਜੇਸ਼ਨ ਦਾ ਕਿ ਇਸ 'ਚ ਫਾਸਟ ਕਮਿਊਨੀਕੇਸ਼ਨ ਹੁੰਦੀ ਹੈ। ਕਿਉਂਕਿ ਜਿਹੜੇ ਫਾਰਮਲ ਆਰਗੇਨਾਈਜੇਸ਼ਨ ਕੀ ਹੁੰਦਾ ਹੈ, ਉਸ 'ਚ ਟੌਪ ਲੈਵਲ ਕਦੇ ਵੀ ਲੋਅਰ ਲੈਵਲ ਨਾਲ ਡਾਇਰੈਕਟ ਗੱਲ ਨਹੀਂ ਕਰਦਾ। ਉਹ ਪਹਿਲਾਂ ਇਨਫੋਰਮੇਸ਼ਨ ਪਾਸ ਕਰੂਗਾ ਮਿਡਲ ਨੂੰ, ਮਿਡਲ ਪਾਸ ਕਰੂਗਾ ਲੋਅਰ ਨੂੰ। ਸੀ ਆਪਸ਼ਨ ਦੇਖੋ ਕੀ ਹੈ, ਨੋ ਸਿਸਟਮੈਟਿਕ ਵਰਕਿੰਗ। ਬਿਲਕੁਲ ਇਹ ਵੀ ਡੀਮੈਰਿਟ ਹੈ। ਮੈਂ ਤੁਹਾਨੂੰ ਦੱਸਿਆ ਹੈ ਕਿ ਇਸ 'ਚ ਕੋਈ ਸਟਰਕਚਰ ਨਹੀਂ ਹੁੰਦਾ, ਸਿਸਟਮ ਨਹੀਂ ਹੁੰਦਾ। ਸੋ ਕਿਵੇਂ ਕੰਮ ਕਰਨਾ ਕਿਵੇਂ ਨਹੀਂ ਕਰਨਾ ਕੋਈ ਸਿਸਟਮ ਨਹੀਂ ਹੁੰਦਾ, ਕਿਉਂਕਿ ਇਸ 'ਚ ਤੁਹਾਡਾ ਕੋਈ ਸੀਨੀਅਰ ਨਹੀਂ ਹੁੰਦਾ ਹੈਗਾ। ਸੋ ਸਾਰੇ ਲੋਕੀ ਆਪਣੀ ਮਰਜ਼ੀ ਨਾਲ ਹੀ ਕੰਮ ਕਰਦੇ ਰਹਿੰਦੇ ਆ। ਨੈਕਸਟ ਦੇਖੋ, ਇਟ ਰੈਜ਼ਿਸਟ ਚੇਂਜਸ। ਇਟ ਰੈਜ਼ਿਸਟ ਚੇਂਜਸ ਦਾ ਮਤਲਬ ਕੀ ਹੋਇਆ, ਚੇਂਜਸ ਨਹੀਂ ਹੋਣ ਦਿੰਦੀ ਹੈ। ਬਿਲਕੁਲ ਸਹੀ, ਕਿਉਂਕਿ ਇਹ ਕੰਪਨੀ ਦਾ ਕੋਈ ਆਪਸ 'ਚ ਆਬਜੈਕਟਿਵ ਹੁੰਦਾ ਨਹੀਂ, ਮਿਊਚੁਅਲ ਇੰਟਰਸਟ ਕਰਕੇ ਇਹਨਾਂ ਨੇ ਕ੍ਰੀਏਟ ਕੀਤੀ ਹੁੰਦੀ ਹੈ। ਸੋ ਇਹਨਾਂ ਨੂੰ ਪ੍ਰੋਫਿਟ ਹੋਵੇ ਲਾਸ ਹੋਵੇ, ਇਹ ਆਪਣੇ ਓਲਡ ਟੈਕਨੀਕਸ ਨਾਲ ਹੀ ਕੰਮ ਕਰਦੇ ਰਹਿੰਦੇ ਆ। ਇਹਨਾਂ ਨੂੰ ਐ ਨਹੀਂ ਹੁੰਦਾ ਕਿ ਵਰਕਿੰਗ ਇਨਵਾਇਰਨਮੈਂਟ ਚੇਂਜ ਕਰੀਏ ਜਾਂ ਫਿਰ ਜੋ ਆਪਣਾ ਸਰਾਊਂਡਿੰਗ ਹੈ ਬਿਜ਼ਨਸ ਦੀ ਉਹ ਚੇਂਜ ਹੋ ਰਹੀ ਹੈ ਤਾਂ ਆਪਾਂ ਨੂੰ ਆਪਣੇ ਮੈਥਡ ਵੀ ਚੇਂਜ ਕਰ ਲੈਣੇ ਚਾਹੀਦੇ ਆ। ਨਹੀਂ, ਇਹ ਆਪਣੇ ਓਲਡ ਟੈਕਨੀਕਸ ਨਾਲ ਹੀ ਕੰਮ ਕਰਦੀਆਂ ਰਹਿੰਦੀਆਂ ਨੇ। ਸੋ ਇਹ ਵੀ ਕੀ ਹੋਇਆ, ਡੀਮੈਰਿਟ ਹੋਇਆ। ਸੋ ਆਪਣਾ ਆਪਸ਼ਨ ਕੀ ਹੈ, ਬੀ। ਫੋਰਥ ਕੁਐਸਚਨ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਐਲੀਮੈਂਟ ਆਫ ਡੈਲੀਗੇਸ਼ਨ। ਇਹਨਾਂ 'ਚੋਂ ਡੈਲੀਗੇਸ਼ਨ ਦਾ ਐਲੀਮੈਂਟ ਕਿਹੜਾ ਨਹੀਂ ਹੈਗਾ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਡੈਲੀਗੇਸ਼ਨ ਦਾ ਮਤਲਬ ਕੀ ਹੁੰਦਾ ਹੈ। ਡੈਲੀਗੇਸ਼ਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਨੂੰ ਕੋਈ ਅਥਾਰਟੀ ਵਗੈਰਾ ਪਾਸ ਕਰ ਦਈਏ, ਰਿਸਪੌਂਸਿਬਿਲਿਟੀ ਟ੍ਰਾਂਸਫਰ ਕਰ ਦਈਏ। ਸੋ ਉਹ ਸਾਰਾ ਕੁਝ ਕਿਹਦੇ ਅੰਦਰ ਆਉਂਦਾ, ਡੈਲੀਗੇਸ਼ਨ ਦੇ ਅੰਦਰ ਆਉਂਦਾ ਕਿ ਹਾਂ ਆਪਾਂ ਜਿਹੜੀ ਰਿਸਪੌਂਸਿਬਿਲਿਟੀ ਹੈ ਅਥਾਰਟੀ ਹੈ ਇਹ ਡੈਲੀਗੇਟ ਕਰ ਸਕਦੇ ਹਾਂ। ਹੁਣ ਦੇਖੋ ਰਿਸਪੌਂਸਿਬਿਲਿਟੀ ਕੀ ਹੈ, ਇਹ ਆਪਾਂ ਡੈਲੀਗੇਟ ਕਰ ਸਕਦੇ ਹਾਂ। ਕਿਉਂ? ਤੁਹਾਨੂੰ ਮੈਂ ਪਿਰਾਮਿਡ ਨਾਲ ਸਮਝਾਉਣਾ। ਹੁਣ ਇਹ ਟੌਪ ਲੈਵਲ ਹੈ, ਇਹ ਮਿਡਲ ਲੈਵਲ ਹੈ ਤੇ ਇਹ ਆਪਣਾ ਲੋਅਰ ਲੈਵਲ ਹੈ। ਹੁਣ ਦੇਖੋ ਜਦੋਂ ਟੌਪ ਦੇ ਉੱਪਰ ਰਿਸਪੌਂਸਿਬਿਲਿਟੀ ਵੱਧ ਜਾਂਦੀ ਆ, ਉਹ ਕੀ ਕਰਦਾ, ਆਪਣੀ ਕੁਝ ਰਿਸਪੌਂਸਿਬਿਲਿਟੀ ਆਪਣੇ ਮਿਡਲ ਨੂੰ ਦੇ ਦਿੰਦਾ। ਜਦੋਂ ਮਿਡਲ ਕੋਲ ਰਿਸਪੌਂਸਿਬਿਲਿਟੀ ਵੱਧ ਜਾਂਦੀ ਆ, ਉਹ ਕਿਹਨੂੰ ਦੇ ਦਿੰਦੇ ਆ, ਤਾਂ ਉਹ ਲੋਅਰ ਨੂੰ ਦੇ ਦਿੰਦੇ ਆ। ਇਹਦੇ ਨਾਲ ਕੀ ਹੁੰਦਾ, ਇਹ ਰਿਸਪੌਂਸਿਬਿਲਿਟੀ ਕੀ ਹੈ ਇੱਕ ਦੂਜੇ ਤੋਂ ਟ੍ਰਾਂਸਫਰ ਹੋ ਰਹੀ ਹੈ। ਸੋ ਡੈਲੀਗੇਟ ਹੋ ਰਹੀ ਹੈ ਇਹ ਰਿਸਪੌਂਸਿਬਿਲਿਟੀ। ਤੋ ਇਹ ਐਲੀਮੈਂਟ ਇਹਦਾ ਹੈਗਾ। ਅਥਾਰਟੀ ਕੀ ਹੈ, ਹੁਣ ਤੁਹਾਨੂੰ ਅਗਰ ਰਿਸਪੌਂਸਿਬਿਲਿਟੀ ਇੱਕ ਦੂਜੇ ਨੂੰ ਡੈਲੀਗੇਟ ਕੀਤੀ ਹੈ ਤਾਂ ਰਿਸਪੌਂਸਿਬਿਲਿਟੀ ਨੂੰ ਪੂਰਾ ਕਰਨ ਲਈ ਤੁਹਾਨੂੰ ਅਥਾਰਟੀ ਵੀ ਡੈਲੀਗੇਟ ਕਰਨੀ ਪਊਗੀ। ਹੁਣ ਤੁਸੀਂ ਆਪਣੇ ਮਿਡਲ ਵਾਲੇ ਨੂੰ, ਟੌਪ ਨੇ ਮਿਡਲ ਵਾਲੇ ਨੂੰ ਰਿਸਪੌਂਸਿਬਿਲਿਟੀ ਦੇਤੀ ਲੇਕਿਨ ਉਹਨੂੰ ਡਿਸੀਜ਼ਨ ਮੇਕਿੰਗ ਲੈਣ ਦੀ ਅਥਾਰਟੀ ਦਿੱਤੀ ਨਹੀਂ, ਕੋਈ ਪਾਵਰ ਦਿੱਤੀ ਨਹੀਂ, ਤਾਂ ਉਹ ਰਿਸਪੌਂਸਿਬਿਲਿਟੀ ਕਰ ਸਕੂਗਾ ਨਹੀਂ। ਸੋ ਵਿਦਆਊਟ ਅਥਾਰਟੀ ਕੋਈ ਵੀ ਬੰਦਾ ਆਪਣੀ ਰਿਸਪੌਂਸਿਬਿਲਿਟੀ ਨਹੀਂ ਕਰ ਪਾਉਂਦਾ। ਸੋ ਜਿਸ ਕਰਕੇ ਜਿਹੜੀ ਟੌਪ ਲੈਵਲ ਹੈ ਉਹਨੂੰ ਮਿਡਲ ਨੂੰ ਅਥਾਰਟੀ ਦੇਣੀ ਪਊਗੀ ਕੋਈ ਕੰਮ ਕਰਨ ਲਈ, ਤੇ ਮਿਡਲ ਨੂੰ ਲੋਅਰ ਨੂੰ ਅਥਾਰਟੀ ਦੇਣੀ ਪਊਗੀ। ਸੋ ਅਥਾਰਟੀ ਵੀ ਹੈ ਉਹ ਡੈਲੀਗੇਟ ਹੋ ਰਹੀ ਹੈ। ਹੁਣ ਦੇਖੋ, ਹੁਣ ਆਪਾਂ ਨੇ ਅਥਾਰਟੀ ਵੀ ਦੇਤੀ, ਰਿਸਪੌਂਸਿਬਿਲਿਟੀ ਵੀ ਦੇਤੀ। ਹੁਣ ਲੋਅਰ ਲੈਵਲ ਦੀ ਕੀ ਡਿਊਟੀ ਬਣਦੀ ਹੈ, ਜਿਹੜੀ ਉਹਨੂੰ ਰਿਸਪੌਂਸਿਬਿਲਿਟੀ ਮਿਲੀ ਹੈ ਉਹਨੂੰ ਅੱਛੇ ਤਰੀਕੇ ਨਾਲ ਕਰੇ। ਹੁਣ ਅਗਰ ਉਹ ਆਪਣੀ ਰਿਸਪੌਂਸਿਬਿਲਿਟੀ ਅੱਛੇ ਤਰੀਕੇ ਨਾਲ ਨਹੀਂ ਕਰ ਰਿਹਾ ਤਾਂ ਉਹਨੂੰ ਆਪਣਾ ਆਨਸਰ ਕਿਹਨੂੰ ਦੇਣਾ ਪਊਗਾ, ਮਿਡਲ ਨੂੰ, ਤੇ ਮਿਡਲ ਨੂੰ ਆਨਸਰ ਕਿਹਨੂੰ ਦੇਣਾ ਪਊਗਾ, ਟੌਪ ਨੂੰ। ਸੋ ਜਿਹੜਾ ਸਬੋਰਡੀਨੇਟ ਹੈ ਉਹ ਹਮੇਸ਼ਾ ਆਪਣੇ ਸੀਨੀਅਰ ਨੂੰ ਆਨਸਰ ਦਊਗਾ ਕਿ ਮੈਂ ਇਹ ਕੰਮ ਕਿਉਂ ਨਹੀਂ ਕਰ ਸਕਿਆ। ਸੋ ਇਹਨੂੰ ਕੀ ਕਹਿੰਦੇ ਆਪਾਂ, ਅਕਾਊਂਟੇਬਿਲਿਟੀ। ਸੋ ਜਦੋਂ ਰਿਸਪੌਂਸਿਬਿਲਿਟੀ ਤੇ ਅਥਾਰਟੀ ਆਪਾਂ ਡੈਲੀਗੇਟ ਕਰ ਦਿੰਦੇ ਆ ਆਪਣੇ ਜੂਨੀਅਰ ਨੂੰ, ਤਾਂ ਫਿਰ ਜੂਨੀਅਰ ਦੀ ਇੱਕ ਓਬਲੀਗੇਸ਼ਨ ਖੜੀ ਹੋ ਜਾਂਦੀ ਹੈ ਕਿ ਉਹ ਅਕਾਊਂਟੇਬਿਲਿਟੀ ਦਊਗਾ। ਕਿਹਨੂੰ ਦਊਗਾ, ਆਪਣੇ ਟੌਪ ਵਾਲੇ ਨੂੰ, ਕਿ ਮੈਂ ਇਹ ਕੰਮ ਕਿਉਂ ਨਹੀਂ ਕਰ ਸਕਿਆ, ਉਹਨੂੰ ਆਨਸਰ ਦੇਣਾ ਪਊਗਾ। ਸੋ ਇਹ ਬਿਲਕੁਲ ਇਹ ਤਿੰਨੋਂ ਇਹਦੇ ਐਲੀਮੈਂਟ ਹੈ। ਹੁਣ ਡੀਸੈਂਟਰਲਾਈਜੇਸ਼ਨ ਦਾ ਮਤਲਬ ਕੀ ਹੁੰਦਾ, ਡੀਸੈਂਟਰਲਾਈਜੇਸ਼ਨ ਇੱਕ ਸਟਰਕਚਰ ਹੁੰਦਾ ਆਰਗੇਨਾਈਜੇਸ਼ਨ ਦਾ। ਆਪਾਂ ਪੜ੍ਹਦੇ ਹੁੰਦੇ ਸੀ ਨਾ ਕਿ ਸੈਂਟਰਲਾਈਜੇਸ਼ਨ ਹੁੰਦਾ, ਇੱਕ ਡੀਸੈਂਟਰਲਾਈਜੇਸ਼ਨ ਹੁੰਦਾ। ਸੈਂਟਰਲਾਈਜੇਸ਼ਨ 'ਚ ਕੀ ਹੁੰਦਾ, ਜਿਹੜੀ ਡਿਸੀਜ਼ਨ ਮੇਕਿੰਗ ਦੀ ਪਾਵਰ ਹੈ ਉਹ ਇੱਕ ਬੰਦੇ ਦੇ ਹੱਥ 'ਚ ਰਹਿੰਦੀ ਹੈ, ਟੌਪ ਦੇ ਉੱਪਰ, ਠੀਕ ਹੈ। ਤੇ ਲੇਕਿਨ ਡੀਸੈਂਟਰਲਾਈਜੇਸ਼ਨ 'ਚ ਕੀ ਹੁੰਦਾ, ਇਹ ਪਾਵਰ ਹੈ ਆਪਾਂ ਡਿਸਟਰੀਬਿਊਟ ਕਰ ਦਿੰਦੇ ਹਾਂ ਤਾਂ ਕਿ ਕੰਪਨੀ ਦਾ ਕੰਮ ਹੈ ਉਹ ਤੇਜ਼ ਹੋਵੇ ਤੇ ਸਾਰੇ ਆਪਣੇ ਡਿਸੀਜ਼ਨ ਲੈ ਸਕਣ ਜਿਸ ਨਾਲ ਪਰਫਾਰਮੈਂਸ ਅੱਛੀ ਆਵੇ। ਉਹਨੂੰ ਆਪਾਂ ਡੀਸੈਂਟਰਲਾਈਜੇਸ਼ਨ ਕਹਿ ਦਿੰਦੇ ਹਾਂ। ਉਹ ਕੀ ਹੁੰਦਾ, ਇੱਕ ਆਰਗੇਨਾਈਜੇਸ਼ਨ ਦਾ ਸਟਰਕਚਰ ਹੁੰਦਾ ਜਿਹਦੇ ਵਿੱਚ ਰਹਿ ਕੇ ਹੀ ਆਪਾਂ ਡੈਲੀਗੇਸ਼ਨ ਕਰਦੇ ਹਾਂ। ਸੋ ਡੀਸੈਂਟਰਲਾਈਜੇਸ਼ਨ ਇੱਕ ਵਾਈਡਰ ਟਰਮ ਹੈ ਡੈਲੀਗੇਸ਼ਨ ਦੇ ਨਾਲੋਂ। ਸੋ ਇਹ ਇਹਦਾ ਐਲੀਮੈਂਟ ਨਹੀਂ ਹੈਗਾ। ਸੋ ਆਪਣਾ ਆਪਸ਼ਨ ਕੀ ਹੈ, ਡੀ, ਡੈਲੀਗੇਸ਼ਨ। ਫਿਫਥ ਕੁਐਸਚਨ, ਦਾ ਰਿਸਪੌਂਸਿਬਿਲਿਟੀ ਫਲੋਜ਼। ਇਹਨਾਂ ਨੇ ਪੁੱਛਿਆ ਜਿਹੜੀ ਰਿਸਪੌਂਸਿਬਿਲਿਟੀ ਹੈ ਉਹ ਕਿਵੇਂ ਫਲੋ ਕਰਦੀ ਹੈ, ਸਾਰੀ ਡਾਇਰੈਕਸ਼ਨ 'ਚ, ਡਾਊਨਵਰਡ,
ਅਪਵਰਡ ਜਾਂ ਫਿਰ ਨਨ ਆਫ ਦਾ ਅਬਵ। ਆਪਾਂ ਪਹਿਲਾਂ ਪਿਰਾਮਿਡ ਬਣਾਵਾਂਗੇ ਇਹਨੂੰ ਸਮਝਣ ਲਈ ਕਿ ਕਿਵੇਂ ਫਲੋ ਹੁੰਦਾ ਹੈ। ਹੁਣ ਦੇਖੋ, ਜਦੋਂ ਕੋਈ ਟੌਪ ਲੈਵਲ ਦੀ ਰਿਸਪੌਂਸਿਬਿਲਟੀ ਵੱਧ ਜਾਂਦੀ ਹੈ, ਜਿਹੜੇ ਟੌਪ ਲੈਵਲ ਮੈਨੇਜਮੈਂਟ ਹੁੰਦੇ ਆ ਉਹਨਾਂ ਦੀ ਰਿਸਪੌਂਸਿਬਿਲਟੀ ਅਗਰ ਵੱਧ ਜਾਂਦੀ ਹੈ, ਉਹ ਆਪਣੀ ਰਿਸਪੌਂਸਿਬਿਲਟੀ ਕਿਹਨੂੰ ਡੈਲੀਗੇਟ ਕਰ ਦਿੰਦੇ ਆ, ਕਿਹਨੂੰ ਦੇ ਦਿੰਦੇ ਆ, ਮਿਡਲ ਨੂੰ, ਕਿ ਯਾਰ ਥੋੜਾ ਜਿਹਾ ਕੰਮ ਤੂੰ ਕਰ ਲੈ। ਅਗਰ ਮਿਡਲ ਦੀ ਰਿਸਪੌਂਸਿਬਿਲਟੀ ਵੱਧ ਜਾਂਦੀ ਹੈ, ਉਹ ਆਪਣਾ ਕਿਹਨੂੰ ਦੇ ਦਿੰਦੇ ਆ, ਲੋਅਰ ਨੂੰ, ਕਿ ਯਾਰ ਇਹ ਤੂੰ ਕਰ ਲੈ। ਸੋ ਜਿਹੜੀ ਰਿਸਪੌਂਸਿਬਿਲਟੀ ਪਹਿਲਾਂ ਟੌਪ ਮਿਡਲ ਨੂੰ ਦਿੰਦਾ, ਮਿਡਲ ਲੋਅਰ ਨੂੰ ਦਿੰਦਾ। ਹੁਣ ਤੁਸੀਂ ਸੋਚੋ, ਅਗਰ ਉਹ ਰਿਸਪੌਂਸਿਬਿਲਟੀ ਜਿਹੜੀ ਮਿਡਲ ਨੇ ਲੋਅਰ ਨੂੰ ਦਿੱਤੀ, ਅਗਰ ਲੋਅਰ ਆਪਣਾ ਕੰਮ ਕੰਪਲੀਟ ਨਹੀਂ ਕਰੂਗਾ ਤਾਂ ਕੀ ਮਿਡਲ ਵਾਲਾ ਆਪਣਾ ਕੰਮ ਕੰਪਲੀਟ ਕਰ ਪਾਊਗਾ? ਨਹੀਂ। ਕਿਉਂ? ਕਿਉਂਕਿ ਪਹਿਲਾਂ ਬੇਸਿਕ ਲੈਵਲ ਦਾ ਕੰਮ ਕੰਪਲੀਟ ਹੋਊਗਾ ਤਾਂ ਹੀ ਉਹਦੇ ਰਿਗਾਰਡਿੰਗ ਐਡਵਾਂਸ ਲੈਵਲ ਦਾ ਕੰਮ ਕੰਪਲੀਟ ਹੋਊਗਾ ਨਾ। ਤੇ ਅਗਰ ਐਡਵਾਂਸ ਲੈਵਲ ਦਾ ਕੰਮ ਕੰਪਲੀਟ ਹੋਊਗਾ ਤਾਂ ਹੀ ਟੌਪ ਜਿਹੜੇ ਮੈਨੇਜਮੈਂਟ ਦਾ ਜੋ ਕੰਮ ਸੀਗਾ ਉਹ ਕੰਪਲੀਟ ਹੋ ਪਾਊਗਾ। ਸੋ ਜੋ ਰਿਸਪੌਂਸਿਬਿਲਟੀ ਦਾ ਫਲੋ ਹੈ ਆਪਾਂ ਨੂੰ ਕੀ ਦਿਖ ਰਿਹਾ ਹੈ, ਇਹ ਅਪਵਰਡ ਫਲੋ ਹੁੰਦਾ ਹੈ ਕਿ ਪਹਿਲਾਂ ਲੋਅਰ ਵਾਲਾ ਕੰਮ ਕੰਪਲੀਟ ਕਰੂਗਾ, ਫਿਰ ਮਿਡਲ ਵਾਲਾ ਕੰਮ ਕੰਪਲੀਟ ਕਰੂਗਾ, ਫਿਰ ਟੌਪ ਵਾਲਾ ਕਰੂਗਾ। ਸੋ ਇਹਦਾ ਆਨਸਰ ਕੀ ਆਇਆ ਆਪਣਾ? ਸੀ, ਅਪਵਰਡ। ਬਾਕੀ ਮੈਂ ਤੁਹਾਨੂੰ ਅਥਾਰਟੀ ਦਾ ਵੀ ਫਲੋ ਦੱਸ ਦਿੰਦਾ ਨਾਲ ਹੀ ਕੀ ਹੁੰਦਾ। ਹੁਣ ਰਿਸਪੌਂਸਿਬਿਲਟੀ ਤਾਂ ਦੇਤੀ ਟੌਪ ਨੇ ਮਿਡਲ ਨੂੰ ਤੇ ਮਿਡਲ ਨੇ ਲੋਅਰ ਨੂੰ। ਹੁਣ ਉਹਨੂੰ ਕਰਨ ਦੀ ਉਹਨੂੰ ਪਾਵਰ ਦਊਗਾ ਤਾਂ ਹੀ ਉਹ ਆਪਣੀ ਰਿਸਪੌਂਸਿਬਿਲਟੀ ਫੁੱਲਫਿਲ ਕਰ ਸਕਣਗੇ ਨਾ। ਅਗਰ ਤੁਹਾਡੇ ਕੋਲ ਕੋਈ ਅਥਾਰਟੀ ਹੋਊਗੀ ਕੋਈ ਕੰਮ ਕਰਨ ਦੀ ਤਾਂ ਹੀ ਤੁਸੀਂ ਆਪਣਾ ਕੰਮ ਕੰਪਲੀਟ ਕਰ ਸਕੋਗੇ। ਸੋ ਅਥਾਰਟੀ ਦਾ ਫਲੋ ਕਿੱਥੋਂ ਹੁੰਦਾ? ਟੌਪ ਟੂ ਮਿਡਲ, ਮਿਡਲ ਟੂ ਲੋਅਰ। ਹੁਣ ਦੇਖੋ, ਅਗਰ ਟੌਪ ਲੈਵਲ ਮੈਨੇਜਮੈਂਟ ਦਾ ਬੰਦਾ ਮਿਡਲ ਲੈਵਲ ਮੈਨੇਜਮੈਂਟ ਨੂੰ ਅਥਾਰਟੀ ਨਹੀਂ ਦਊਗਾ ਤਾਂ ਤੁਸੀਂ ਖੁਦ ਸੋਚੋ ਕਿ ਜਿਹੜਾ ਮਿਡਲ ਲੈਵਲ ਮੈਨੇਜਮੈਂਟ ਦਾ ਬੰਦਾ ਹੈ ਉਹ ਆਪਣਾ ਕੰਮ ਕੰਪਲੀਟ ਕਰ ਸਕੂਗਾ? ਨਹੀਂ। ਸੋ ਅਥਾਰਟੀ ਹੈ ਪਹਿਲਾਂ ਟੌਪ ਮਿਡਲ ਨੂੰ ਦਊਗਾ ਤਾਂ ਮਿਡਲ ਆਪਣਾ ਜਿਹੜਾ ਹੈ ਅਥਾਰਟੀ ਉਹ ਲੋਅਰ ਨੂੰ ਦਊਗਾ ਤਾਂ ਹੀ ਕੰਮ ਕੰਪਲੀਟ ਹੋਊਗਾ। ਸੋ ਇਹਦਾ ਕੀ ਹੁੰਦਾ ਹੈ? ਆਪਣਾ ਫਲੋ ਡਾਊਨਵਰਡ ਫਲੋ ਹੁੰਦਾ ਹੈ। ਨੈਕਸਟ ਕੁਐਸਚਨ ਦੇਖੋ, ਇਟ ਇਜ਼ ਅ ਪ੍ਰੋਸੈਸ ਆਫ ਮੈਨੇਜਮੈਂਟ ਵਿਚ ਇਜ਼ ਕੰਸਰਨਡ ਇਨ obtaining, utilizing and maintaining a satisfactory and satisfied workforce। ਇਹਨਾਂ ਚੋਂ ਐਂ ਦੱਸੋ ਕਿ ਇਹਦੇ ਚੋਂ ਕਿਹੜਾ ਐਸਾ ਪ੍ਰੋਸੈਸ ਹੈ ਜਿਹੜਾ ਆਪਣਾ ਜੋ ਵਰਕਫੋਰਸ ਨੂੰ obtain ਕਰਨ 'ਚ ਹੈਲਪ ਕਰਦਾ ਹੈ, ਉਹਨਾਂ ਨੂੰ ਯੂਟੀਲਾਈਜ਼ ਕਰਨ 'ਚ ਹੈਲਪ ਕਰਦਾ ਤੇ ਉਹਨਾਂ ਨੂੰ ਮੇਨਟੇਨ ਕਰਕੇ ਰੱਖਦਾ ਉਹਨਾਂ ਦੀ ਸੈਟਿਸਫੈਕਸ਼ਨ ਲਈ, ਤਾਂ ਕਿ ਜੋ ਕੰਪਨੀ ਦਾ ਆਬਜੈਕਟਿਵ ਹੈ ਉਹ ਕੰਪਲੀਟ ਹੋ ਸਕੇ। ਹੁਣ ਦੇਖੋ, ਪਲੈਨਿੰਗ ਦਾ ਮਤਲਬ ਤੁਹਾਨੂੰ ਦੱਸ ਚੁੱਕਾ, ਸੈਟਿੰਗ ਅਪ ਆਫ ਆਬਜੈਕਟਿਵ ਹੋ ਗਿਆ। ਆਰਗੇਨਾਈਜ਼ਿੰਗ ਦਾ ਮਤਲਬ ਦੱਸ ਚੁੱਕਾ, ਸਾਰੇ ਚੀਜ਼ਾਂ ਨੂੰ ਆਪਸ 'ਚ ਅਸੈਂਬਲ ਕਰਨਾ ਹੋ ਗਿਆ। ਹੁਣ ਸਟਾਫਿੰਗ ਦਾ ਤੁਹਾਨੂੰ ਮੈਂ ਮਤਲਬ ਦੱਸਿਆ ਸੀ, ਇਹਦਾ ਕੀ ਹੁੰਦਾ? ਫੀਲਿੰਗ ਆਫ ਵੇਕੈਂਟ ਜੌਬ। ਇਸ 'ਚ ਆਪਾਂ ਦੇਖਦੇ ਹਾਂ ਕਿ ਆਪਣੇ ਕੋਲ ਵਰਕਫੋਰਸ ਪੂਰੀ ਹੈ ਕਿ ਨਹੀਂ ਹੈ। ਨਹੀਂ ਹੈਗੀ ਤਾਂ ਆਪਾਂ ਕੀ ਕਰਦੇ ਹਾਂ? ਉਹਨਾਂ ਨੂੰ obtain ਕਰਦੇ ਹਾਂ ਥਰੂ ਰਿਕਰੂਟਮੈਂਟ। ਫਿਰ ਆਪਾਂ ਨੂੰ ਯੂਟੀਲਾਈਜ਼ ਕਰਦੇ ਹਾਂ ਉਹਨਾਂ ਨੂੰ ਪੋਸਟ ਕਰਕੇ ਉਹਨਾਂ ਦੀ ਜੌਬ 'ਤੇ ਅਕੋਰਡਿੰਗ ਟੂ ਉਹਨਾਂ ਦੇ ਕੁਆਲੀਫਿਕੇਸ਼ਨ। ਫਿਰ ਆਪਾਂ ਉਹਨਾਂ ਨੂੰ ਸੈਟਿਸਫਾਈ ਕਰਦੇ ਹਾਂ ਬਾਈ ਗਿਵਿੰਗ ਟ੍ਰੇਨਿੰਗ। ਸੋ ਸਟਾਫਿੰਗ ਦੇ ਅੰਦਰ ਆਪਣੇ ਕੋਲ ਕੀ ਚੀਜ਼ਾਂ ਆ ਜਾਂਦੀਆਂ ਨੇ? ਰਿਕਰੂਟਮੈਂਟ, ਸਿਲੈਕਸ਼ਨ ਤੇ ਟ੍ਰੇਨਿੰਗ। ਪਹਿਲਾਂ ਬੰਦਾ ਆਪਾਂ ਫਾਈਂਡ ਕਰਦੇ ਹਾਂ, ਫਿਰ ਉਹਨੂੰ ਸਿਲੈਕਟ ਕਰਦੇ ਹਾਂ, ਫਿਰ ਉਹਨੂੰ ਟ੍ਰੇਨਿੰਗ ਦਿੰਦੇ ਹਾਂ ਤਾਂ ਕਿ ਉਹ ਅੱਛੇ ਤਰੀਕੇ ਨਾਲ ਆਪਣਾ ਕੰਮ ਕਰ ਸਕੇ ਤੇ ਆਪਣੇ ਆਪ ਨੂੰ ਸੈਟਿਸਫਾਈ ਫੀਲ ਕਰਵਾ ਸਕੇ। ਸੋ ਆਪਣਾ ਆਨਸਰ ਕੀ ਹੈ? ਸਟਾਫਿੰਗ। ਕਿਉਂਕਿ ਜਿਹੜਾ ਸਟਾਫਿੰਗ ਹੈ ਕਿਹਦੇ ਨਾਲ ਰਿਲੇਟਿਡ ਹੁੰਦਾ ਹੈ? ਹਿਊਮਨ ਰਿਸੋਰਸ ਦੇ ਨਾਲ। ਵਰਕਫੋਰਸ ਕੀ ਆਪਣਾ? ਹਿਊਮਨ ਰਿਸੋਰਸ। ਬਾਕੀ ਡੀ ਆਪਸ਼ਨ ਕੀ ਹੈ? ਡਾਇਰੈਕਟਿੰਗ। ਡਾਇਰੈਕਟਿੰਗ ਤੁਹਾਨੂੰ ਮੈਂ ਦੱਸਿਆ ਸੀਗਾ, ਇਟ ਇਨੀਸ਼ੀਏਟਸ ਦੀ ਐਕਸ਼ਨ। ਜਿੰਨੇ ਵੀ ਆਪਣੇ ਕੋਲ ਰਿਸੋਰਸਿਸ ਇਕੱਠੇ ਹੋ ਜਾਂਦੇ ਆ, ਬੰਦੇ ਇਕੱਠੇ ਹੁੰਦੇ ਆ, ਆਪਾਂ ਉਹਨਾਂ ਨੂੰ ਡਾਇਰੈਕਟ ਕਰਦੇ ਹਾਂ ਕਿਹੜਾ ਕੰਮ ਕਿਵੇਂ ਕਰ। 7th ਕੁਐਸਚਨ, it refers to the process of instructing, guiding, counseling, motivating and leading people in the organization to achieve their objective। ਕਿਹੜਾ ਪ੍ਰੋਸੈਸ ਹੈ ਜਿਸ 'ਚ ਆਪਾਂ ਸਾਰੀ ਚੀਜ਼ਾਂ ਕਰਦੇ ਹਾਂ? ਪਲੈਨਿੰਗ ਨਹੀਂ, ਕਿਉਂਕਿ ਇਸ 'ਚ ਆਪਾਂ ਸਿਰਫ ਕੀ ਕਰਦੇ ਹਾਂ? ਆਬਜੈਕਟਿਵ ਸੈੱਟ ਕਰਦੇ ਹਾਂ ਤੇ ਆਪਾਂ ਦੇਖਦੇ ਹਾਂ ਕਿ ਕਿਹੜਾ ਕੰਮ ਆਪਾਂ ਕਿਵੇਂ ਕਰਾਂਗੇ। ਆਰਗੇਨਾਈਜ਼ਿੰਗ ਨਹੀਂ, ਕਿਉਂਕਿ ਆਪਾਂ ਇਸ 'ਚ ਅਸੈਂਬਲ ਕਰਦੇ ਹਾਂ। ਸਟਾਫਿੰਗ ਇਹ ਤੁਹਾਨੂੰ ਮੈਂ ਹੁਣੀ ਦੱਸ ਕੇ ਚੁੱਕਿਆ। ਡਾਇਰੈਕਟਿੰਗ ਬਿਲਕੁਲ। ਡਾਇਰੈਕਟਿੰਗ ਤੁਹਾਨੂੰ ਦੱਸਿਆ ਸੀ, ਆਪਾਂ ਕਿਸੇ ਨੂੰ ਡਾਇਰੈਕਟ ਕਰਦੇ ਹਾਂ ਕਿ ਤੁਸੀਂ ਕਿਹੜਾ ਕੰਮ ਕਿਵੇਂ ਕਰੋ। ਸੋ ਡਾਇਰੈਕਟਿੰਗ ਦੇ ਆਪਣੇ ਅੰਦਰ ਕਿੰਨੇ ਪਾਰਟ ਹੁੰਦੇ ਨੇ? ਇੱਕ ਲੀਡਰਸ਼ਿਪ ਪਾਰਟ ਹੁੰਦਾ ਹੈ ਜੋ ਆਪਣੇ ਸਬਆਰਡੀਨੇਟ ਨੂੰ ਲੀਡ ਕਰਦਾ ਹੈ ਕਿ ਤੁਸੀਂ ਕਿਹੜਾ ਕੰਮ ਕਿਵੇਂ ਕਰੋ, ਜਿਹਦਾ ਕੰਮ ਕੀ ਹੁੰਦਾ? ਲੀਡ ਕਰਨਾ ਆਪਣੇ ਸਬਆਰਡੀਨੇਟ ਨੂੰ। ਹੋਰ ਕੀ ਹੁੰਦਾ? ਸੁਪਰਵਿਜ਼ਨ ਹੁੰਦਾ। ਸੁਪਰਵਿਜ਼ਨ ਆਪਾਂ ਨੂੰ ਕੀ ਕਰਦੇ ਨੇ? ਜਿਹੜੇ ਸੀਨੀਅਰ ਸੁਪਰਵਾਈਜ਼ਰ ਹੁੰਦੇ ਨੇ ਉਹ ਉਹਦੇ ਨੀਚੇ ਜਿਹੜੇ ਬੰਦੇ ਕੰਮ ਕਰਦੇ ਹੁੰਦੇ ਆ ਉਹਨਾਂ ਨੂੰ ਕੀ ਦੱਸਦੇ ਨੇ ਕਿ ਤੁਸੀਂ ਕਿਹੜਾ ਕੰਮ ਕਿਵੇਂ ਕਰੋ, ਉਹ ਗਾਈਡ ਕਰਦੇ ਨੇ, ਕਿਉਂਕਿ ਇੱਥੇ ਆਪਣਾ ਐਕਚੁਅਲ ਵਰਕ ਸ਼ੁਰੂ ਹੋ ਗਿਆ ਹੁੰਦਾ ਹੈ। ਤੇ ਹੋਰ ਕੀ ਹੁੰਦਾ ਆਪਣੇ ਇਹਦੇ ਅੰਦਰ? ਮੋਟੀਵੇਸ਼ਨ। ਜਿਹੜੇ ਸੀਨੀਅਰ ਹੈ ਉਹ ਜੂਨੀਅਰ ਨੂੰ ਮੋਟੀਵੇਟ ਕਰਦੇ ਆ ਕਿ ਹਾਂ ਯੂ ਕੈਨ ਡੂ ਇਟ, ਤੁਸੀਂ ਇਹ ਕੰਮ ਕਰ ਸਕਦੇ ਹੋ ਤਾਂ ਕਿ ਕੰਪਨੀ ਦਾ ਜਿਹੜਾ ਆਬਜੈਕਟਿਵ ਹੈ ਕੰਪਲੀਟ ਹੋ ਸਕੇ। ਸੋ ਆਪਣਾ ਆਪਸ਼ਨ ਕੀ ਹੈ? ਡੀ। 8th ਕੁਐਸਚਨ, it means the process of making subordinates to act in a desired manner to achieve certain organization goal। ਇਹਨਾਂ 'ਚੋਂ ਕਿਹੜਾ ਐਸਾ ਪ੍ਰੋਸੈਸ ਹੈ ਜਿਹੜਾ ਆਪਣੇ ਸਬਆਰਡੀਨੇਟਸ ਨੂੰ ਇੱਕ ਡਿਜ਼ਾਇਰਡ ਮੈਨਰ ਦੇ ਵਿੱਚ ਕੰਮ ਕਰਨ ਲਈ ਮਜਬੂਰ ਕਰ ਦਿੰਦਾ ਹੈ ਤਾਂ ਕਿ ਆਰਗੇਨਾਈਜੇਸ਼ਨ ਦਾ ਗੋਲ ਅਚੀਵ ਹੋ ਸਕੇ? ਬਹੁਤ ਹੀ ਸਿੰਪਲ ਹੈ। ਦੇਖੋ ਸੁਪਰਵਾਈਜ਼ੇਸ਼ਨ ਦਾ, ਹੁਣ ਦੇਖੋ ਸੁਪਰਵਿਜ਼ਨ 'ਚ ਕੀ ਹੁੰਦਾ? ਆਪਾਂ ਗਾਈਡ ਕਰਦੇ ਹਾਂ ਕਿ ਇਹ ਕੰਮ ਤੁਸੀਂ ਐਂ ਕਰੋ, ਕਿ ਤੁਸੀਂ ਕੰਮ ਸਹੀ ਕਰ ਰਹੇ ਹੋ ਕਿ ਨਹੀਂ। ਸੋ ਇਹਦਾ ਮਤਲਬ ਜਸਟ ਗਾਈਡ ਹੋ ਗਿਆ। ਕਮਿਊਨੀਕੇਸ਼ਨ ਦਾ ਮਤਲਬ ਕੀ ਹੁੰਦਾ ਹੈ? ਟ੍ਰਾਂਸਫਰ ਆਫ ਆਈਡੀਆਜ਼। ਟ੍ਰਾਂਸਫਰ ਆਫ ਆਈਡੀਆਜ਼ ਹੋ ਗਏ, ਫੈਕਟਸ ਹੋ ਗਏ,
ਗੱਲਬਾਤ ਆਪਾਂ ਜਿਵੇਂ ਕਰਦੇ ਆ ਨਾ। ਸੋ ਲੀਡਰਸ਼ਿਪ ਦਾ ਮਤਲਬ ਕੀ ਹੋਇਆ? ਲੀਡਰਸ਼ਿਪ 'ਚ ਆਪਾਂ ਕੀ ਕਰਦੇ ਹਾਂ? ਆਪਾਂ ਲੀਡ ਕਰਦੇ ਹਾਂ ਕਿ ਤੁਸੀਂ ਕਿਹੜਾ ਕੰਮ ਕਿਵੇਂ ਕਰੋ। ਹੁਣ ਕਿਹੜਾ ਕੰਮ ਕਿਵੇਂ ਕਰੋ ਦਾ ਮਤਲਬ ਕੀ ਆ ਗਿਆ? ਡਿਜ਼ਾਇਰਡ ਮੈਨਰ, ਕਿ ਤੁਸੀਂ ਇਹ ਕੰਮ ਇਸ ਵੇ ਨਾਲ ਕਰੋ ਤਾਂ ਹੀ ਤੁਹਾਡਾ ਜਿਹੜਾ ਆਬਜੈਕਟਿਵ ਹੈ ਕੰਪਲੀਟ ਹੋ ਸਕੂਗਾ। ਸੋ ਇਹਦਾ ਆਨਸਰ ਕੀ ਹੈ? ਲੀਡਰਸ਼ਿਪ। ਤੇ ਸੋ ਮੋਟੀਵੇਸ਼ਨ 'ਚ ਆਪਾਂ ਮੋਟੀਵੇਟ ਕਰਦੇ ਹਾਂ ਕਿ ਹਾਂ ਤੁਸੀਂ ਇਹ ਕੋਈ ਕੰਮ ਕਰ ਸਕਦੇ। ਸੋ ਆਪਣਾ ਆਪਸ਼ਨ ਕੀ ਹੋਇਆ? ਸੀ, ਲੀਡਰਸ਼ਿਪ। 9th question, which of the following statement does not highlight the relationship between planning and controlling? ਇਹਨਾਂ ਚੋਂ ਕਿਹੜੀ ਐਸੀ ਸਟੇਟਮੈਂਟ ਹੈ ਜਿਹੜੀ ਪਲੈਨਿੰਗ ਐਂਡ ਕੰਟਰੋਲਿੰਗ ਦੇ ਰਿਲੇਸ਼ਨਸ਼ਿਪ ਨੂੰ ਹਾਈਲਾਈਟ ਨਹੀਂ ਹੋਣ ਦੇ ਰਿਹਾ? ਫਸਟ ਦੇਖੋ, ਪਲੈਨਿੰਗ ਐਂਡ ਕੰਟਰੋਲਿੰਗ ਆਰ ਸੈਪਰੇਬਲ ਟਵਿਨਸ, ਕਿ ਇਹ ਦੋਨੋਂ ਆਪਸ 'ਚ ਅਲੱਗ-ਅਲੱਗ ਹੈ। ਦੇਖਦੇ ਹਾਂ, ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ ਤੇ ਕੰਟਰੋਲਿੰਗ। ਹੁਣ ਤੁਸੀਂ ਖੁਦ ਸੋਚੋ, ਜਦੋਂ ਤੁਸੀਂ ਪਲੈਨਿੰਗ ਕਿਉਂ ਕਰਦੇ ਹੋ? ਪਲੈਨਿੰਗ ਤੁਸੀਂ ਕੋਈ ਆਬਜੈਕਟਿਵ ਨੂੰ ਕੰਪਲੀਟ ਕਰਨ ਲਈ ਕਰਦੇ ਹੋ। ਹੁਣ ਸਪੋਜ਼ ਕਰੋ ਇੱਕ ਫਰਮ ਦਾ ਆਬਜੈਕਟਿਵ ਸੀ ਕਿ ਉਹਨੇ 1 ਸਾਲ ਦੇ ਅੰਦਰ ਆਪਣੀ ਜਿਹੜੀ ਸੇਲ ਹੈ ਦੁੱਗਣੀ ਕਰਨੀ ਹੈ, ਤਾਂ ਹੁਣ ਉਹਦਾ ਆਬਜੈਕਟਿਵ ਸਪੋਜ਼ ਕਰੋ ਅਚੀਵ ਹੋ ਗਿਆ, ਤਾਂ ਤੁਸੀਂ ਖੁਦ ਦੱਸੋ ਕਿ ਉਹ ਨੈਕਸਟ ਈਅਰ ਲਈ ਪਲੈਨਿੰਗ ਕਰਨੀ ਛੱਡ ਦੇਣਗੇ? ਨਹੀਂ। ਸੋ ਆਪਣੇ ਆਬਜੈਕਟਿਵ ਨੂੰ ਕੰਪਲੀਟ ਕਰਨ ਲਈ ਉਹਨਾਂ ਨੂੰ ਇਹ ਸਾਰੀ ਸਟੇਜਿਸ ਤੋਂ ਗੁਜ਼ਰਨਾ ਪੈਂਦਾ ਹੈ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੰਟਰੋਲਿੰਗ। ਸੋ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਹੈ, ਕੰਟਰੋਲਿੰਗ ਤੋਂ ਬਾਅਦ ਫਿਰ ਉਹ ਫਰਮ ਕਿੱਥੇ ਆ ਜਾਂਦੀ ਹੈ? ਪਲੈਨਿੰਗ ਤੇ, ਕਿਉਂਕਿ ਉਹਨਾਂ ਨੇ ਨਵਾਂ ਆਬਜੈਕਟਿਵ ਸੈੱਟ ਕਰਨਾ ਹੁੰਦਾ ਹੈ। ਫਿਰ ਉਹ ਸਾਰਾ ਆਪਣਾ ਦੇਖਦੇ ਆ ਕਿ ਉਹਨਾਂ ਕੋਲ ਰਿਸੋਰਸਿਸ ਵਗੈਰਾ ਹੈ, ਸਟਾਫਿੰਗ ਕਰਦੇ ਆ, ਡਾਇਰੈਕਟਿੰਗ ਕਰਦੇ ਆ, ਸੋ ਕੰਟਰੋਲਿੰਗ ਕਰਦੇ ਆ। ਸੋ ਇਹ ਇੱਕ ਐਸਾ ਪ੍ਰੋਸੈਸ ਹੈ, ਇੱਕ ਕੀ ਹੈ? ਕੰਟੀਨਿਊਸ ਪ੍ਰੋਸੈਸ ਹੈ। ਪਲੈਨਿੰਗ ਤੋਂ ਬਾਅਦ ਕੰਟਰੋਲਿੰਗ ਆਉਂਦਾ ਰਹੂਗਾ ਤੇ ਕੰਟਰੋਲਿੰਗ ਤੋਂ ਬਾਅਦ ਪਲੈਨਿੰਗ ਆਉਂਦਾ ਰਹੂਗਾ। ਸੋ ਇਹ ਸਾਈਕਲ ਹਮੇਸ਼ਾ ਚੱਲਦਾ ਰਹੂਗਾ। ਸੋ ਫਸਟ ਆਪਸ਼ਨ 'ਚ ਜੋ ਇਹਨਾਂ ਨੇ ਦੱਸਿਆ ਸੈਪਰੇਬਲ ਟਵਿਨਸ ਆਫ ਮੈਨੇਜਮੈਂਟ, ਇਹ ਇਹਨਾਂ ਦਾ ਰਿਲੇਸ਼ਨਸ਼ਿਪ ਸ਼ੋ ਨਹੀਂ ਕਰ ਰਹੇ ਹੈਗੇ। ਸੋ ਇਹੀ ਆਪਣਾ ਆਪਸ਼ਨ ਹੈ, ਕਿਉਂਕਿ ਇਹ ਕੀ ਹੈ? ਇਨਸੈਪਰੇਬਲ ਟਵਿਨਸ ਹੈ। ਨੈਕਸਟ ਦੇਖੋ, ਪਲੈਨਿੰਗ ਵਿਦਾਊਟ ਕੰਟਰੋਲਿੰਗ ਇਜ਼ ਮੀਨਿੰਗਲੈਸ, ਕੰਟਰੋਲਿੰਗ ਵਿਦਾਊਟ ਪਲੈਨਿੰਗ ਇਜ਼ ਬਲਾਈਂਡ। ਬਿਲਕੁਲ ਸਹੀ ਹੈ। ਅਗਰ ਆਪਾਂ ਪਲੈਨਿੰਗ ਕਰ ਲਾਂਗੇ ਲੇਕਿਨ ਆਪਾਂ ਕੰਟਰੋਲਿੰਗ ਨਹੀਂ ਕਰ ਰਹੇ ਤਾਂ ਆਪਣੀ ਪਲੈਨਿੰਗ ਹੈ ਉਹ ਮੀਨਿੰਗਲੈਸ ਹੈ। ਬਿਲਕੁਲ। ਕਿਉਂ? ਪਲੈਨਿੰਗ 'ਚ ਆਪਾਂ ਕੀ ਕਰਦੇ ਹਾਂ? ਸਟੈਂਡਰਡ ਸੈੱਟ ਕਰਦੇ ਹਾਂ ਕਿ ਆਪਾਂ ਨਹੀਂ ਫਾਈਨਲ ਪਰਫਾਰਮੈਂਸ ਕੀ ਸੀ ਹੋਣੀ ਚਾਹੀਦੀ ਹੈ। ਤੇ ਕੰਟਰੋਲਿੰਗ 'ਚ ਆਪਾਂ ਕੀ ਕਰਦੇ? ਜਿਹੜੀ ਐਕਚੁਅਲ ਪਰਫਾਰਮੈਂਸ ਲੋਕਾਂ ਨੇ ਕੀਤੀ ਹੁੰਦੀ ਹੈ ਉਹਨੂੰ ਆਪਾਂ ਕਿਹਦੇ ਨਾਲ ਮੇਜਰ ਕਰਦੇ ਹਾਂ? ਸਟੈਂਡਰਡ ਪਰਫਾਰਮੈਂਸ ਨਾਲ, ਜੋ ਆਪਾਂ ਪਲੈਨਿੰਗ 'ਚ ਡਿਸਾਈਡ ਕਰਦੇ ਹਾਂ। ਸੋ ਬਿਲਕੁਲ ਸਹੀ ਹੈ, ਪਲੈਨਿੰਗ ਮੀਨਿੰਗਲੈਸ ਹੈ ਅਗਰ ਆਪਾਂ ਐਂਡ 'ਚ ਕੰਟਰੋਲਿੰਗ ਨਾ ਕਰੀਏ। ਤੇ ਅਗਰ ਆਪਾਂ ਪਲੈਨਿੰਗ ਨਹੀਂ ਕਰਾਂਗੇ ਤਾਂ ਆਪਾਂ ਨੂੰ ਸਟੈਂਡਰਡਸ ਨਹੀਂ ਪਤਾ ਲੱਗਣਗੇ। ਸੋ ਕੰਟਰੋਲਿੰਗ ਵੀ ਕੀ ਹੈ? ਵਿਦਾਊਟ ਪਲੈਨਿੰਗ ਬਲਾਈਂਡ ਹੈ। ਸੋ ਇਹ ਰਿਲੇਸ਼ਨਸ਼ਿਪ ਸ਼ੋ ਕਰਦੇ ਆ। ਸੋ ਇਹ ਆਪਣਾ ਆਨਸਰ ਨਹੀਂ ਸੀਗਾ। ਪਲੈਨਿੰਗ ਇਜ਼ ਪਰਸਪੈਕਟਿਵ ਤੇ ਕੰਟਰੋਲਿੰਗ ਇਜ਼ ਇਵੈਲੂਏਟਿਵ। ਬਿਲਕੁਲ ਕੰਟਰੋਲਿੰਗ ਹੈ ਉਹ ਇਵੈਲੂਏਟਿਵ ਹੈ, ਕਿਉਂਕਿ ਆਪਾਂ ਇੱਥੇ ਜਾ ਕੇ ਇਵੈਲੂਏਟ ਕਰਦੇ ਹਾਂ ਕਿ ਆਪਣੀ ਐਕਚੁਅਲ ਪਰਫਾਰਮੈਂਸ ਹੈ ਜਿਹੜੀ ਉਹ ਕੰਪਲੀਟ ਹੋ ਸਕੀ ਹੈ ਸਟੈਂਡਰਡ ਦੇ ਮੁਤਾਬਿਕ ਕਿ ਨਹੀਂ। ਲਾਸਟ ਦੇਖੋ, ਪਲੈਨਿੰਗ ਐਂਡ ਕੰਟਰੋਲਿੰਗ ਆਰ ਇੰਟਰ ਰਿਲੇਟਿਡ ਤੇ ਇੰਟਰ ਡਿਪੈਂਡੈਂਟ, ਕਿ ਜਿਹੜੇ ਪਲੈਨਿੰਗ ਤੇ ਕੰਟਰੋਲਿੰਗ ਹੈ ਉਹ ਆਪਸ ਇੰਟਰ ਰਿਲੇਟਿਡ ਹੈ ਤੇ ਇੱਕ ਦੂਜੇ ਦੇ ਉੱਪਰ ਡਿਪੈਂਡ ਹੈ। ਬਿਲਕੁਲ ਸਹੀ ਹੈ, ਕਿਉਂਕਿ ਪਲੈਨਿੰਗ ਕੰਟਰੋਲਿੰਗ ਦੇ ਉੱਪਰ ਡਿਪੈਂਡ ਕਿਵੇਂ ਹੈ? ਕਿਉਂਕਿ ਅਗਰ ਆਪਾਂ ਪਲੈਨਿੰਗ 'ਚ ਹੀ ਆਪਾਂ ਸਟੈਂਡਰਡ ਡਿਸਾਈਡ ਕਰ ਲੈਂਦੇ ਹਾਂ, ਆਪਾਂ ਕੰਟਰੋਲਿੰਗ 'ਚ ਜਾ ਕੇ ਹੀ ਪਤਾ ਲੱਗਦਾ ਕਿ ਆਪਣਾ ਉਹ ਸਟੈਂਡਰਡ ਅਚੀਵ ਹੋ ਪਾਇਆ ਕਿ ਨਹੀਂ ਹੋਇਆ। ਸੋ ਪਲੈਨਿੰਗ ਕੰਟਰੋਲਿੰਗ ਦੇ ਉੱਪਰ ਡਿਪੈਂਡ ਹੈ ਤੇ ਕੰਟਰੋਲਿੰਗ ਪਲੈਨਿੰਗ ਦੇ ਉੱਪਰ ਡਿਪੈਂਡ ਹੈ, ਕਿਉਂਕਿ ਅਗਰ ਆਪਾਂ ਪਲਾਨ ਹੀ ਨਹੀਂ ਬਣਾਵਾਂਗੇ ਤਾਂ ਆਪਾਂ ਕੰਟਰੋਲਿੰਗ ਨਹੀਂ ਕਰ ਸਕਦੇ। ਸੋ ਇਹ ਵੀ ਬਿਲਕੁਲ ਸਹੀ ਹੈ, ਰਿਲੇਸ਼ਨਸ਼ਿਪ ਸ਼ੋ ਕਰ ਰਹੇ ਹਾਂ। ਸੋ ਆਪਣਾ ਆਪਸ਼ਨ ਕੀ ਹੈ? ਏ। ਲਾਸਟ ਕੁਐਸਚਨ, ਵਾਟ ਇਜ਼ ਦਾ ਫਸਟ ਫੰਕਸ਼ਨ ਆਫ ਮੈਨੇਜਮੈਂਟ? ਫਸਟ ਫੰਕਸ਼ਨ ਕੀ ਹੈ ਮੈਨੇਜਮੈਂਟ ਦਾ? ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ, ਪਲੈਨਿੰਗ। ਸੋ ਅੱਜ ਲਈ ਆਪਣਾ ਇੰਨਾ ਹੀ ਪੜਾਂਗੇ। ਬਾਕੀ ਆਈ ਹੋਪ ਤੁਹਾਨੂੰ ਅੱਜ ਦਾ ਮੇਰਾ ਲੈਕਚਰ ਅੱਛੇ ਤਰੀਕੇ ਨਾਲ ਸਮਝ ਲੱਗ ਗਿਆ ਹੋਊਗਾ। ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ ਡੇਲੀ ਕੁਇਜ਼ ਤੇ ਡੇਲੀ ਕਰੰਟ ਅਫੇਅਰ ਲਈ। ਬਾਕੀ ਜੋ ਸਟੂਡੈਂਟਸ ਨਵੇਂ ਦੇਖ ਰਹੇ ਹੈ ਤਾਂ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਤੇ ਬਾਕੀ ਜੋ ਸਾਡੇ ਹਜੇ ਤੱਕ ਫੇਸਬੁੱਕ ਪੇਜ ਦੇ ਨਾਲ ਕਨੈਕਟ ਨਹੀਂ ਹੋਏ ਹੈ ਉੱਥੇ ਵੀ ਤੁਸੀਂ ਕਨੈਕਟ ਹੋਇਓ, ਕਿਉਂਕਿ ਅਸੀਂ ਉੱਥੇ ਵੀ ਕੁਝ ਨਾ ਕੁਝ ਅਪਲੋਡ ਕਰਦੇ ਰਹਿੰਦੇ ਹਾਂ। ਥੈਂਕ ਯੂ।